ਡੀਅਰ ਸਟੂਡੈਂਟਸ, ਮੈਂਟਲ ਐਬਿਲਿਟੀ ਦੇ ਨਾਲ ਰਿਲੇਟਡ ਜਿਸ ਟੌਪਿਕ 'ਤੇ ਅੱਜ ਅਸੀਂ ਗੱਲ ਕਰਾਂਗੇ ਉਹ ਹੈ ਸਿਚੁਏਸ਼ਨ ਰਿਐਕਸ਼ਨ ਟੈਸਟ। ਸਿਚੁਏਸ਼ਨ ਰਿਐਕਸ਼ਨ ਟੈਸਟ ਦਾ ਮਤਲਬ ਹੈ ਕਿ ਸਾਨੂੰ ਕੋਈ ਸਿਚੁਏਸ਼ਨ ਦਿੱਤੀ ਹੋਏਗੀ, ਅਸੀਂ ਉਸ ਸਿਚੁਏਸ਼ਨ ਨੂੰ ਪੜ੍ਹ ਕੇ ਅਤੇ ਉਹਦੇ 'ਤੇ ਸਾਡਾ ਕੀ ਰਿਐਕਸ਼ਨ ਹੋਏਗਾ। ਉਸ ਸਿਚੁਏਸ਼ਨ ਨੂੰ ਦੇਖ ਕੇ ਅਸੀਂ ਉਹਨੂੰ ਇਮੈਜਿਨ ਕਰਾਂਗੇ ਕਿ ਜੇ ਅਸੀਂ ਇਸ ਸਿਚੁਏਸ਼ਨ ਦੇ ਵਿੱਚ ਹੋਵਾਂਗੇ ਤਾਂ ਸਾਡਾ ਰਿਐਕਸ਼ਨ ਜਿਹੜਾ ਆ ਉਹ ਕੀ ਹੋਏਗਾ। ਆਲਮੋਸਟ ਸਾਡਾ ਇਸ ਟੌਪਿਕ ਦੇ ਵਿੱਚ ਜਿਹੜਾ ਸਿਚੁਏਸ਼ਨ ਦਾ ਰਿਐਕਸ਼ਨ ਹੈ ਉਹ ਪੋਜ਼ੀਟਿਵ ਹੀ ਹੋਏਗਾ। ਠੀਕ ਹੈ, ਸੋ ਆਪਾਂ ਇਹਦੇ ਕੁਐਸਚਨਸ ਦੇਖਦੇ ਹਾਂ। ਫਸਟ ਕੁਐਸਚਨ ਹੈਗਾ ਜਿਸ ਤਰ੍ਹਾਂ ਯੂ ਆਰ ਇਨ ਏ ਬੱਸ। ਕੁਐਸਚਨ ਨੂੰ ਧਿਆਨ ਨਾਲ ਸਮਝਣਾ ਆ। ਯੂ ਆਰ ਇਨ ਅ ਬੱਸ, ਤੁਸੀਂ ਇੱਕ ਬੱਸ ਵਿੱਚ ਹੋ। ਦ ਬੱਸ ਰੀਚਿਜ਼ ਯੂਅਰ ਸਟਾਪ ਬਟ ਸਟਿਲ ਯੂ ਹੈਵ ਨਾਟ ਪਰਚੇਜ਼ ਦਾ ਟਿਕਟ। ਬੱਸ ਜਿਹੜੀ ਆ ਉਹ ਤੁਹਾਡੇ ਸਟਾਪ 'ਤੇ ਪਹੁੰਚ ਗਈ ਆ, ਬਟ ਤੁਸੀਂ ਕੋਈ ਵੀ ਟਿਕਟ ਅਜੇ ਨਹੀਂ ਲਿਆ ਬਿਕੋਜ਼ ਆਫ ਹੈਵੀ ਰਸ਼, ਕਿਉਂਕਿ ਬੱਸ ਵਿੱਚ ਜ਼ਿਆਦਾ ਰਸ਼ ਸੀ। ਹੁਣ ਤੁਸੀਂ ਕੀ ਕਰੋਗੇ? ਵਟ ਵਿਲ ਯੂ ਡੂ? ਤੁਸੀਂ ਕੀ ਕਰੋਗੇ? ਇਹ 'ਚ ਤੁਹਾਨੂੰ ਇਹ ਸਿਚੁਏਸ਼ਨ ਦੇ ਦਿੱਤੀ ਹੈ ਤੁਹਾਨੂੰ ਕਿ ਤੁਸੀਂ ਇੱਕ ਬੱਸ ਵਿੱਚ ਹੋ, ਬੱਸ ਆਪਣੇ ਸਟਾਪ 'ਤੇ ਪਹੁੰਚ ਗਈ ਆ, ਪਰ ਬੱਸ ਵਿੱਚ ਜ਼ਿਆਦਾ ਰਸ਼ ਹੋਣ ਕਰਕੇ ਤੁਸੀਂ ਟਿਕਟ ਨਹੀਂ ਖਰੀਦ ਪਾਏ। ਹੁਣ ਤੁਸੀਂ ਕੀ ਕਰੋਗੇ? ਇਹਨਾਂ ਚਾਰਾਂ ਸਿਚੁਏਸ਼ਨਸ ਦੇ ਵਿੱਚੋਂ ਅਸੀਂ ਦੇਖਣਾ ਕਿ ਅਸੀਂ ਹੁਣ ਇਹਨੂੰ ਕੀ ਕਰਾਂਗੇ। ਕੀ ਤੁਸੀਂ ਜੰਪ ਆਊਟ ਕੁਇਕਲੀ ਟੂ ਅਵੋਇਡ ਐਂਬੈਰਸਮੈਂਟ, ਕਿ ਤੁਸੀਂ ਬੱਸ ਵਿੱਚੋਂ ਫਟਾਫਟ ਥੱਲੇ ਉਤਰ ਜਾਓਗੇ? ਨੋ। ਕਾਲ ਦਾ ਕੰਡਕਟਰ, ਗਿਵ ਹਿਮ ਦਾ ਮਨੀ ਐਂਡ ਗੈਟ ਦਾ ਟਿਕਟ। ਇਟ ਕੈਨ ਬੀ, ਇਹ ਹੋ ਸਕਦਾ ਹੈ, ਬਟ ਅਸੀਂ ਅੱਗੇ ਵੀ ਪੜ੍ਹ ਕੇ ਦੇਖਾਂਗੇ। ਹੈਂਡ ਦਾ ਮਨੀ ਟੂ ਸਮਵਨ ਸਿਟਿੰਗ ਨੀਅਰ ਬਾਏ ਟੂ ਗਿਵ ਇਟ ਟੂ ਦਾ ਕੰਡਕਟਰ, ਕਿ ਅਸੀਂ ਆਪਣੇ ਲਾਗੇ ਬੈਠੇ ਕਿਸੇ ਨੂੰ ਪੈਸੇ ਦੇ ਦੇਵਾਂਗੇ ਅਤੇ ਉਹਨੂੰ ਇਹ ਕਹਾਂਗੇ ਕਿ ਤੂੰ ਕੰਡਕਟਰ ਨੂੰ ਦੇ ਦੇ। ਜਾਂ ਗਿਵ ਦਾ ਮਨੀ ਟੂ ਦਾ ਡਰਾਈਵਰ, ਕਿ ਅਸੀਂ ਇਹ ਕਰਾਂਗੇ ਜਾਂ ਇਹ ਇਸ ਤਰ੍ਹਾਂ ਕਰਾਂਗੇ। ਜਾਂ ਅਸੀਂ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਅਪਰੋਪਰੀਏਟ ਹੈ ਦੈਟ ਇਜ਼ ਕਾਲ ਦਾ ਕੰਡਕਟਰ, ਗਿਵ ਹਿਮ ਦਾ ਮਨੀ ਐਂਡ ਗੈਟ ਦਾ ਟਿਕਟ। ਤੁਸੀਂ ਜੇ ਰਸ਼ ਹੈ ਤੁਸੀਂ ਕੰਡਕਟਰ ਨੂੰ ਬੁਲਾ ਕੇ ਉਹਨੂੰ ਪੈਸੇ ਦੇ ਕੇ ਟਿਕਟ ਲੈ ਸਕਦੇ ਹੋ। ਸੋ ਇਸ ਦਾ ਆਨਸਰ ਜਿਹੜਾ ਹੈ ਉਹ ਸਾਡਾ ਸੈਕਿੰਡ ਵਾਲੀ ਆਪਸ਼ਨ ਹੋਏਗੀ। ਠੀਕ ਹੈ, ਨੈਕਸਟ ਅੱਗੇ ਦੇਖੋ। ਸੈਕਿੰਡ ਕੁਐਸਚਨ ਦੇਖੋ, ਇਹ ਹੈਗਾ ਆ ਔਨ ਰੀਚਿੰਗ ਦਾ ਰੇਲਵੇ ਸਟੇਸ਼ਨ you find that the train you wanted to catch is just to start and there is hardly any time for purchasing the ticket। ਕੀ ਹੁੰਦਾ ਆ ਕਿ ਤੁਸੀਂ ਰੇਲਵੇ ਸਟੇਸ਼ਨ 'ਤੇ ਪਹੁੰਚ ਗਏ ਹੋ ਔਰ ਤੁਸੀਂ ਦੇਖਦੇ ਹੋ ਕਿ ਜਿਹੜੀ ਟ੍ਰੇਨ ਤੁਸੀਂ ਲੈਣੀ ਸੀ ਉਹ ਬਸ ਚੱਲਣ ਹੀ ਵਾਲੀ ਆ ਔਰ ਬਹੁਤ ਘੱਟ ਟਾਈਮ ਆ ਕਿ ਤੁਸੀਂ ਜਿਹੜੀ ਹੈ ਟਿਕਟ ਲੈ ਸਕੋ। ਫਿਰ ਦ ਬੈਸਟ ਥਿੰਗ ਫॉर ਯੂ ਇਜ਼ ਟੂ, ਤੁਸੀਂ ਕੀ ਕਰੋਗੇ? ਟ੍ਰੇਨ ਚੱਲਣ ਵਾਲੀ ਆ, ਤੁਸੀਂ ਕੀ ਕਰੋਗੇ ਉੱਥੇ ਜਾ ਕੇ? ਉਹਦੇ 'ਚ ਦੇਖੋ ਫਸਟ ਹੈਗਾ ਆ ਰਸ਼ ਟੂ ਦਾ ਟ੍ਰੇਨ rather than miss it and inform the TT at the next stoppage about your inability to purchase the ticket। ਤੁਸੀਂ ਫਟਾਫਟ ਟ੍ਰੇਨ ਵੱਲ ਚਲੇ ਜਾਓਗੇ ਟ੍ਰੇਨ ਨੂੰ ਤਾਂ ਕਿ ਉਹ ਮਿਸ ਨਾ ਹੋਵੇ ਔਰ ਉੱਥੇ ਤੁਸੀਂ ਜਦੋਂ ਨੈਕਸਟ ਸਟਾਪੇਜ ਆਏਗਾ ਉੱਥੇ ਤੁਸੀਂ TT ਨੂੰ ਇਨਫੋਰਮ ਕਰੋਗੇ ਕਿ ਤੁਸੀਂ ਟਿਕਟ ਕਿਉਂ ਨਹੀਂ ਲੈ ਸਕੇ। ਠੀਕ ਹੈ, ਇਹਦੀ ਸੈਕਿੰਡ ਆਪਸ਼ਨ ਹੈਗੀ ਆ ਰਸ਼ ਟੂ ਦਾ ਟ੍ਰੇਨ ਐਂਡ ਪਰਫੋਰਮ ਯੂਅਰ ਜਰਨੀ ਕੁਆਇਟਲੀ। ਤੁਸੀਂ ਟ੍ਰੇਨ 'ਚ ਚਲੇ ਗਏ ਉਹ ਚੁੱਪ ਕਰਕੇ ਆਪਣੀ ਜਰਨੀ ਕਰਦੇ ਰਹੋਗੇ। ਫਸਟ ਪਰਚੇਜ਼ ਦਾ ਟਿਕਟ ਐਂਡ ਦੈਨ ਕੈਚ ਦਾ ਟ੍ਰੇਨ, ਕਿ ਤੁਸੀਂ ਪਹਿਲਾਂ ਟਿਕਟ ਖਰੀਦੋਗੇ ਫਿਰ ਟ੍ਰੇਨ ਫੜੋਗੇ। ਜਾਂ ਮਿਸ ਦਾ ਟ੍ਰੇਨ ਰਾਦਰ ਦੈਨ ਟੇਕ ਦਾ ਟ੍ਰੇਨ, ਹੁਣ ਰਾਦਰ ਦੈਨ ਟੇਕ ਦਾ ਟਿਕਟ। ਜਾਂ ਤੁਸੀਂ ਰਾਦਰ ਦੈਨ ਟੇਕ ਦਾ ਰਿਸਕ ਆਫ ਬੋਰਡਿੰਗ ਐਂਡ ਮੂਵਿੰਗ ਟ੍ਰੇਨ, ਤੁਸੀਂ ਟ੍ਰੇਨ ਨੂੰ ਮਿਸ ਕਰ ਦੋਗੇ। ਠੀਕ ਹੈ, ਹੁਣ ਇਹਦੇ ਵਿੱਚ ਜਿਹੜਾ ਸਭ ਤੋਂ ਮੋਸਟ ਐਪਰੋਪਰੀਏਟ ਜਿਹੜੀ ਹੈ ਦੈਟ ਇਜ਼ ਦਾ ਫਸਟ ਵਨ, ਕਿ ਤੁਸੀਂ ਕੀ ਕਰੋਗੇ ਕਿ ਤੁਸੀਂ ਟ੍ਰੇਨ ਦੇ ਉੱਤੇ ਚੜ੍ਹ ਜਾਓਗੇ ਤਾਂ ਕਿ ਤੁਹਾਡੀ ਟ੍ਰੇਨ ਵੀ ਮਿਸ ਨਾ ਹੋਵੇ। ਠੀਕ ਹੈ, ਜੇ ਤੁਸੀਂ ਨਹੀਂ ਵੀ ਟਿਕਟ ਲਿਆ ਔਰ ਜਦੋਂ ਨੈਕਸਟ ਸਟਾਪੇਜ ਆਏਗਾ ਤੁਸੀਂ ਉੱਥੇ TT ਨੂੰ ਇਨਫੋਰਮ ਕਰ ਸਕਦੇ ਹੋ ਕਿ ਤੁਸੀਂ ਕਿਉਂ ਟਿਕਟ ਨਹੀਂ ਲਈ। ਤੁਸੀਂ ਫਿਰ ਆਪਣਾ ਪਿਛਲੇ ਸਟੇਸ਼ਨ ਤੋਂ ਲੈ ਕੇ ਕਿਰਾਇਆ ਦੇ ਕੇ ਟਿਕਟ ਜਿਹੜੀ ਉਹ ਲੈ ਸਕਦੇ ਹੋ। ਸੋ ਦ ਮੋਸਟ ਐਪਰੋਪਰੀਏਟ ਇਜ਼ A1। ਠੀਕ ਹੈ, ਨੈਕਸਟ ਅੱਗੇ ਜੋ ਹੈਗਾ ਥਰਡ ਕੁਐਸਚਨ ਦੇਖਦੇ ਹਾਂ। ਵਾਈਲ ਟਰੈਵਲਿੰਗ ਇਨ ਅ ਟ੍ਰੇਨ you observe some college students pulling the alarm chain simply to get down at their desired point। ਹੁਣ ਤੁਸੀਂ ਟ੍ਰੇਨ ਦੇ ਵਿੱਚ ਹੋ, ਉਹਦੇ ਵਿੱਚ ਕੀ ਕਰ ਰਹੇ ਨੇ ਕੁਝ ਕਾਲਜ ਸਟੂਡੈਂਟਸ ਜਿਹੜੇ ਨੇ ਉਹ ਚੇਨ ਜਿਹੜੀ ਆ ਉਹ ਖਿੱਚਦੇ ਪਏ ਨੇ ਤਾਂ ਕਿ ਉਹ ਆਪਣੇ ਡਿਜ਼ਾਇਰਡ ਪੁਆਇੰਟ ਉੱਤੇ ਉਤਰ ਸਕਣ। ਬਟ ਦੇਖੋ ਜੇ ਤਾਂ ਤੁਹਾਡਾ ਸਟੇਸ਼ਨ ਛੁੱਟ ਚੁੱਕਾ ਆ ਫਿਰ ਤਾਂ ਤੁਸੀਂ ਟ੍ਰੇਨ ਜਿਹੜਾ ਉਹਦੀ ਚੇਨ ਹੈ ਉਹ ਖਿੱਚ ਸਕਦੇ ਹੋ, ਬਟ ਜੇ ਅਜੇ ਤੁਹਾਡਾ ਸਟੇਸ਼ਨ ਆਉਣ ਵਾਲਾ ਹੈ ਫਿਰ ਤੁਸੀਂ ਟ੍ਰੇਨ ਜਿਹੜੀ ਚੇਨ ਹੈ ਟ੍ਰੇਨ ਦੀ ਉਹ ਨਹੀਂ ਖਿੱਚੋਗੇ। ਠੀਕ ਹੈ, ਹੁਣ ਤੁਸੀਂ ਇਹਦੇ ਵਿੱਚ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਕਰੋਗੇ? ਵਾਟ ਇਜ਼ ਹੇਅਰ ਵਿਦ ਦ ਹੈਲਪ ਆਫ ਸਮ ਪੈਸੇਂਜਰਸ ਚੈੱਕ ਦੈਮ ਫਰੋਮ ਡੂਇੰਗ ਸੋ, ਕਿ ਤੁਸੀਂ ਦੂਸਰੇ ਪੈਸੇਂਜਰਸ ਦੀ ਮਦਦ ਦੇ ਨਾਲ ਉਹਨਾਂ ਨੂੰ ਇਹ ਕਰਨ ਤੋਂ ਰੋਕੋਗੇ।
ਲੈਟ them ਪੁੱਲ ਦਾ ਚੇਨ ਬਟ ਚੈੱਕ them ਫਰੋਮ ਡੀ ਟ੍ਰੇਨਿੰਗ, ਉਹਨਾਂ ਨੂੰ ਚੇਨ ਖਿੱਚਣ ਦੇਵੋਗੇ। ਜਾਂ ਇਨਫੋਰਮ ਦਾ ਗਾਰਡ ਆਫ ਦਾ ਟ੍ਰੇਨ ਐਜ਼ ਸੂਨ ਐਜ਼ ਇਟ ਸਟੋਪਸ, ਜੇ ਖੜੀ ਹੁੰਦੀ ਹੈ ਤਾਂ ਤੁਸੀਂ ਗਾਰਡ ਨੂੰ ਇਨਫੋਰਮ ਕਰੋਗੇ। ਜਾਂ ਕੀਪ ਕੁਆਇਟ ਐਂਡ ਡੂ ਨਥਿੰਗ, ਤੁਸੀਂ ਚੁੱਪ ਕਰਕੇ ਉਹਨੂੰ ਬੈਠੇ ਰਹੋਗੇ ਔਰ ਕੁਛ ਵੀ ਨਹੀਂ ਕਰੋਗੇ। ਦ ਮੋਸਟ ਐਪਰੋਪ੍ਰੀਏਟ ਵਨ ਇਜ਼ ਫਸਟ ਵਨ, ਕਿ ਤੁਸੀਂ ਕੁਝ ਹੋਰ ਪੈਸੇਂਜਰਸ ਦੀ ਮਦਦ ਦੇ ਨਾਲ ਉਹਨਾਂ ਨੂੰ ਇਹ ਕੰਮ ਕਰਨ ਤੋਂ ਰੋਕੋਗੇ ਔਰ ਉਹਨਾਂ ਨੂੰ ਸਮਝਾਓਗੇ ਕਿ ਡੋਂਟ ਡੂ ਲਾਈਕ ਦਿਸ, ਯੂ ਵਿਲ ਗੈਟ ਡਾਊਨ ਵੈਨ ਯੂਰ ਡਿਜ਼ਾਇਰਡ ਪੁਆਇੰਟ ਵਿਲ ਕਮ। ਨੈਕਸਟ ਹੈਗਾ ਆ, ਯੂ ਆਰ ਪਾਸਿੰਗ ਬਾਏ ਅ ਰਿਵਰ ਐਂਡ ਯੂ ਨੋ ਸਵਿਮਿੰਗ, ਤੁਸੀਂ ਰਿਵਰ ਦੇ ਲਾਗੋਂ ਲੰਘ ਰਹੇ ਹੋ, ਤੁਹਾਨੂੰ ਸਵਿਮਿੰਗ ਕਰਨੀ ਆਉਂਦੀ ਆ। ਸਡਨਲੀ ਯੂ ਹੀਅਰ ਦ ਕਰਾਈ ਆਫ ਅ ਡਰਾਉਨਿੰਗ ਚਾਈਲਡ, ਤੁਸੀਂ ਇੱਕ ਡੁੱਬਦੇ ਹੋਏ ਬੱਚੇ ਦੀ ਆਵਾਜ਼ ਜਾਂ ਉਹਦੀ ਚੀਖ ਸੁਣਦੇ ਹੋ, ਫਿਰ ਤੁਸੀਂ ਕੀ ਕਰੋਗੇ? ਇਟਸ ਵੈਰੀ ਸਿੰਪਲ, ਤੁਸੀਂ ਕੀ ਕਰੋਗੇ ਇਹਦੇ ਵਿੱਚ? ਡਾਈਵ ਇਨਟੂ ਦਾ ਰਿਵਰ ਐਂਡ ਸੇਵ ਹਿਮ। ਸਭ ਤੋਂ ਵਧੀਆ ਗੱਲ ਕਿ ਤੁਸੀਂ ਡਾਈਵ ਮੀਨਸ ਰਿਵਰ ਦੇ ਵਿੱਚ ਡਾਈਵ ਕਰੋਗੇ, ਡੁਬਕੀ ਲਗਾਓਗੇ ਔਰ ਉਹਨੂੰ ਬਚਾ ਲਓਗੇ। ਨੈਕਸਟ ਵਾਲੀਆਂ ਦੇਖ ਲੈਂਦੇ ਹਾਂ। ਵੇਟ ਟੂ ਸੀ ਇਫ ਸਮ ਅਦਰ ਪਰਸਨ ਇਜ਼ ਦੇਅਰ ਟੂ ਹੈਲਪ, ਤੁਸੀਂ ਵੇਟ ਕਰੋਗੇ ਕਿ ਕੋਈ ਹੋਰ ਬੰਦਾ ਆ ਕੇ ਉਹਦੀ ਹੈਲਪ ਕਰੇ। ਨੋ। ਲੁੱਕ ਫॉर ਪ੍ਰੋਫੈਸ਼ਨਲ ਡਾਈਵਰਸ, ਨੋ। ਤੁਸੀਂ ਕੋਈ ਜਿਹੜੇ ਪ੍ਰੋਫੈਸ਼ਨਲ ਡਾਈਵਰਸ ਨੇ, ਜਿਹੜੇ ਬਚਾਉਣ ਵਾਲੇ ਹੁੰਦੇ ਨੇ, ਉਹਨਾਂ ਦੀ ਵੇਟ ਕਰੋਗੇ। ਨੋ। ਕੰਸੋਲ ਦਾ ਚਾਈਲਡਸ ਪੇਰੈਂਟਸ, ਤੁਸੀਂ ਚਾਈਲਡ ਦੇ ਪੇਰੈਂਟਸ ਨੂੰ ਕੰਸੋਲ, ਵਾਈ? ਨੋ। ਸੋ ਫਸਟ ਵਨ ਇਜ਼ ਦਾ ਮੋਸਟ ਐਪਰੋਪਰੀਏਟ ਆਪਸ਼ਨ, ਰਾਈਟ। ਹੁਣ ਨੈਕਸਟ ਅੱਗੇ ਹੈਗਾ ਆ, an angry customer wants to meet the senior manager for grievance reporting। ਕੀ ਹੈਗਾ ਕਿ ਕੋਈ ਐਂਗਰੀ ਕਸਟਮਰ ਹੈ, ਕੋਈ ਕਸਟਮਰ ਹੈਗਾ ਆ, ਉਹ ਸੀਨੀਅਰ ਮੈਨੇਜਰ ਨੂੰ ਮਿਲਣਾ ਚਾਹੁੰਦਾ ਆ, ਉਹ ਆਪਣੀ ਕੋਈ ਸ਼ਿਕਾਇਤ ਜਿਹੜੀ ਆ ਉਹਦੇ 'ਤੇ ਰਿਪੋਰਟ ਕਰ ਰਿਹਾ ਔਰ ਉਹ ਬਹੁਤ ਗੁੱਸੇ ਵਿੱਚ ਆ। ਠੀਕ ਹੈ, ਤੁਸੀਂ ਕੀ ਕਰੋਗੇ ਉਹਦੇ ਵਿੱਚ? ਤੁਸੀਂ ਕੀ ਕਰੋਗੇ? ਟਾਕ ਟੂ ਹਿਮ ਯੋਰਸੈਲਫ। ਨੋ, ਕਿਉਂਕਿ ਉਹ ਤਾਂ ਸੀਨੀਅਰ ਮੈਨੇਜਰ ਨੂੰ ਮਿਲਣ ਲਈ ਆਇਆ ਵਾ। ਠੀਕ ਹੈ, ਸੋ ਤੁਸੀਂ ਆਪਣੇ ਆਪ ਉਹਦੀ ਜਿਹੜੀ ਗ੍ਰੀਵੈਂਸ ਨਹੀਂ ਦੂਰ ਕਰ ਸਕਦੇ। ਬੀ ਪੇਸ਼ੈਂਟ ਐਂਡ ਟਰਾਈ ਟੂ ਕੂਲ ਹਿਮ ਡਾਊਨ, ਦਿਸ ਯੂ ਕੈਨ ਡੂ। ਨੈਕਸਟ ਅੱਗੇ ਦੇਖ ਸਕਦੇ ਹਾਂ, ਟਰਾਈ ਟੂ ਰਿਮੂਵ ਹਿਜ਼ ਇਨਕਨਵੀਨੀਅੰਸਿਸ ਬਾਈ ਕੰਸਲਟਿੰਗ ਸੀਨੀਅਰਸ, ਤੁਸੀਂ ਆਪਣੇ ਸੀਨੀਅਰ ਨਾਲ ਕੰਸਲਟ ਕਰਕੇ ਉਹਦੀਆਂ ਇਨਕਨਵੀਨੀਅੰਸ ਦੂਰ ਕਰ ਸਕਦੇ ਹੋ। ਨੋ, ਕਿਉਂਕਿ ਉਹ ਤਾਂ ਸੀਨੀਅਰ ਮੈਨੇਜਰ ਨੂੰ ਆਪਣੀ ਗ੍ਰੀਵੈਂਸ ਦੱਸੇਗਾ। ਠੀਕ ਹੈ, ਜਿਸ ਦੀ ਡਿਊਟੀ ਹੈ। ਨੈਕਸਟ ਹੈਗਾ ਆ, ਟੈਲ ਹਿਮ ਇਟ ਇਜ਼ ਨੋਟ ਈਜ਼ੀ ਟੂ ਮੀਟ ਦਾ ਸੀਨੀਅਰ ਮੈਨੇਜਰ। ਨੋ, ਇਹ ਵੀ ਅਸੀਂ ਨਹੀਂ ਕਵਾਂਗੇ। ਇਹਦੇ ਵਿੱਚ ਸਾਨੂੰ ਮੋਸਟ ਐਪਰੋਪਰੀਏਟ ਜਿਹੜਾ ਵਾ ਉਹ ਸਾਨੂੰ ਸੈਕਿੰਡ ਵਾਲਾ ਲੱਗਦਾ ਕਿ ਅਸੀਂ ਬੀ ਪੇਸ਼ੈਂਟ, ਤੁਸੀਂ ਵੀ ਜਿਹੜੀ ਹੈ ਪੇਸ਼ੈਂਸ ਰੱਖੋਗੇ ਔਰ ਟਰਾਈ ਟੂ ਕੂਲ ਹਿਮ ਡਾਊਨ, ਉਹਨੂੰ ਸਮਝਾਓਗੇ ਕਿ ਤੂੰ ਕੂਲ ਡਾਊਨ ਹੋ, ਕੋਈ ਨਹੀਂ, ਤੇਰੀ ਜਿਹੜੀ ਗ੍ਰੀਵੈਂਸ ਆ ਉਹ ਰਿਮੂਵ ਕਰ ਦਿੱਤੀ ਜਾਏਗੀ। ਠੀਕ ਹੈ, ਨੈਕਸਟ ਅੱਗੇ ਦੇਖੋ ਕੁਐਸਚਨ ਜਿਹੜਾ ਆ, ਇਫ ਇਨ ਦਾ ਐਗਜ਼ਾਮੀਨੇਸ਼ਨ ਹਾਲ ਯੂ ਫਾਈਂਡ ਦੈਟ ਦਾ ਕੁਐਸਚਨ ਪੇਪਰ ਇਜ਼ ਟੂ ਟਫ ਟੂ ਬੀ ਆਨਸਰਡ ਸੈਟਿਸਫੈਕਟਰੀਲੀ ਬਾਈ ਯੂ, ਤੁਸੀਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਜਿਹੜਾ ਕੁਐਸਚਨ ਪੇਪਰ ਆ ਬਹੁਤ ਟਫ ਹੈਗਾ ਆ, ਕਿ ਤੁਹਾਡੀ ਸੈਟਿਸਫੈਕਸ਼ਨ ਦੇ ਅਕੋਰਡਿੰਗਲੀ ਤੁਸੀਂ ਉਹਦੇ ਆਨਸਰ ਨਹੀਂ ਦੇ ਸਕਦੇ। ਦਾ ਬੈਸਟ ਥਿੰਗ ਟੂ ਡੂ ਫॉर ਯੂ ਇਜ਼ ਟੂ, ਤੁਸੀਂ ਕੀ ਕਰੋਗੇ? ਸਭ ਤੋਂ ਬੈਸਟ ਜਿਹੜਾ ਇਹਦੇ ਵਿੱਚ ਹੈਗਾ, ਟੈਲ ਦਾ ਐਗਜ਼ਾਮੀਨਰ ਦੈਟ ਦਾ ਕੁਐਸਚਨਸ ਆਰ ਆਊਟ ਆਫ ਕੋਰਸ। ਨੋ, ਅਸੀਂ ਐਗਜ਼ਾਮੀਨਰ ਨੂੰ ਕਿਉਂ ਦੱਸਾਂਗੇ ਕਿ ਕੁਐਸਚਨਸ ਜਿਹੜੇ ਨੇ ਉਹ ਆਊਟ ਆਫ ਕੋਰਸ ਆਏ ਆ? ਨੋ। ਪ੍ਰੋਵੋਕ ਦਾ ਕੈਂਡੀਡੇਟਸ ਟੂ ਵਾਕ ਆਊਟ ਆਫ ਦਾ ਐਗਜ਼ਾਮੀਨੇਸ਼ਨ ਹਾਲ। ਨੋ, ਅਸੀਂ ਕੈਂਡੀਡੇਟਸ ਨੂੰ ਨਹੀਂ ਪ੍ਰੋਵੋਕ ਕਰਾਂਗੇ। ਟਰਾਈ ਟੂ ਨੋ ਸਮਥਿੰਗ ਫਰੋਮ ਯੂਰ ਨੇਬਰ, ਇਹ ਵੀ ਨਹੀਂ ਕਿ ਅਸੀਂ ਲਾਗੇ ਵਾਲੇ ਕੋਲ ਅਸੀਂ ਕੁਛ ਪਤਾ ਕਰੀਏ। ਟਰਾਈ ਟੂ ਸੋਲਵ ਦਾ ਕੁਐਸਚਨਸ ਐਜ਼ ਮਚ ਐਜ਼ ਯੂ ਨੋ ਵਿਦ ਏ ਕੂਲ ਹੈਡ, ਜਿੰਨਾ ਤੁਹਾਨੂੰ ਪੇਪਰ ਆਉਂਦਾ ਵਾ ਉਹਨੂੰ ਤੁਸੀਂ ਕੋਸ਼ਿਸ਼ ਕਰੋਗੇ ਕਿ ਆਪਣੇ ਕੂਲ ਹੈਡ ਦੇ ਨਾਲ, ਧਿਆਨ ਦੇ ਨਾਲ ਉਹਨੂੰ ਕੰਮ ਕਰੀਏ। ਸੋ ਇਸ ਤਰ੍ਹਾਂ ਹੀ ਤੁਸੀਂ ਆਪਣੇ ਆਉਣ ਵਾਲੇ ਪੇਪਰਾਂ ਦੇ ਵਿੱਚ ਕਰੋਗੇ। ਠੀਕ ਹੈ, ਜਿੰਨਾ ਆਉਂਦਾ ਅਸੀਂ ਉਹਨੂੰ ਹੀ ਕਰਾਂਗੇ। ਨੈਕਸਟ ਅੱਗੇ ਹੈਗਾ ਆ, ਯੂ ਫਾਈਂਡ ਦੈਟ the person whom you call your friend has been cheating you, what would you do? ਤੁਸੀਂ ਦੇਖੋ ਕਿ ਤੁਹਾਡੇ ਕੋਲ ਤੁਹਾਡਾ ਇੱਕ ਬਹੁਤ ਵਧੀਆ ਫਰੈਂਡ ਹੈ ਜਿਹੜਾ ਤੁਹਾਨੂੰ ਚੀਟ ਕਰ ਰਿਹਾ, ਉਹ ਤੁਹਾਨੂੰ ਪਤਾ ਲੱਗਦਾ ਪਿਆ ਕਿ ਉਹ ਤੁਹਾਨੂੰ ਚੀਟ ਕਰ ਰਿਹਾ, ਤੁਸੀਂ ਕੀ ਕਰੋਗੇ ਉਹਨੂੰ? ਠੀਕ ਹੈ, ਉਹਦੇ ਵਿੱਚ ਦੇਖੋ ਉਹ ਹੈਗਾ ਤੁਹਾਡਾ ਬੈਸਟ ਫਰੈਂਡ ਆ। ਬ੍ਰੇਕ ਰਿਲੇਸ਼ਨਸ ਵਿਦ ਹਿਮ, ਕੀ ਤੁਸੀਂ ਉਹਦਾ ਨਾਤਾ ਤੋੜ ਦੋਗੇ? ਗਿਵ ਹਿਮ ਟਿਟ ਫॉर ਟੈਟ, ਉਹਨੂੰ ਅਦਲੇ ਕਾ ਬਦਲਾ ਵਾਲੀ ਭਾਵਨਾ ਰੱਖੋਗੇ। ਮੇਕ ਹਿਮ ਰਿਅਲਾਈਜ਼ ਹਿਜ਼ ਮਿਸਟੇਕ, ਆਈ ਥਿੰਕ ਦਿਸ ਇਜ਼ ਦਾ ਮੋਸਟ ਐਪਰੋਪਰੀਏਟ, ਕਿ ਅਸੀਂ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਦਿਵਾਵਾਂਗੇ। ਟੈਲ ਅਦਰ ਫਰੈਂਡਸ ਅਬਾਊਟ ਹਿਮ। ਨੋ, ਇਹ ਸਾਡੀਆਂ ਤਿੰਨ ਆਪਸ਼ਨਸ ਰੋਂਗ ਨੇ। ਦਾ ਮੋਸਟ ਐਪਰੋਪਰੀਏਟ ਇਜ਼ ਮੇਕ ਹਿਮ ਰਿਅਲਾਈਜ਼ ਹਿਜ਼ ਮਿਸਟੇਕ ਐਂਡ ਦਿਸ ਇਜ਼ ਦਾ ਪੋਜ਼ੀਟਿਵ ਵਨ ਆਲਸੋ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਜਿਹੜਾ ਰਿਐਕਸ਼ਨ ਹੈ ਤੁਹਾਡਾ ਉਹ ਪੋਜ਼ੀਟਿਵ ਹੋਣਾ ਚਾਹੀਦਾ। ਯੂ ਆਰ ਏ ਗੈਸਟ ਐਟ ਏ ਡਿਨਰ, the host ask you to take one more chapati after your stomach is full। ਤੁਸੀਂ ਕਿਤੇ ਗੈਸਟ ਗਏ ਹੋ ਡਿਨਰ 'ਤੇ, ਜਿਹੜਾ ਹੋਸਟ ਹੈ, ਘਰ ਵਾਲੇ ਨੇ, ਉਹ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਇੱਕ ਹੋਰ ਚਪਾਤੀ ਲੈ ਲਓ, ਜਦ ਕਿ ਤੁਹਾਡਾ ਪੇਟ ਫੁੱਲ ਹੋ ਚੁੱਕਾ ਹੈ। ਹੁਣ ਤੁਸੀਂ ਕੀ ਕਰੋਗੇ? ਹੁਣ ਉਹਨਾਂ ਨੇ ਕਿਹਾ ਕਿ ਤੁਸੀਂ ਕੀ ਕਰ ਸਕਦੇ ਹੋ ਇਹਦੇ ਵਿੱਚ? ਮੇਕ ਏ ਬਲੰਟ ਰਿਫਿਊਜ਼, ਕਿ ਤੁਸੀਂ ਸਿੱਧਾ ਇਨਕਾਰ ਕਰ ਦੋਗੇ? ਇਹ ਵੀ ਚੰਗਾ ਨਹੀਂ ਲੱਗਦਾ। ਟੇਕ ਦਾ ਚਪਾਤੀ, ਇਹ ਆਪਾਂ ਲੈ ਨਹੀਂ ਸਕਦੇ ਕਿਉਂਕਿ ਸਾਡਾ ਪੇਟ ਫੁੱਲ ਆ। ਪੋਲਾਈਟਲੀ ਸੇ ਦੈਟ ਦਾ ਫੂਡ ਵਾਜ਼ ਟੂ ਗੁੱਡ
and you have already eaten, but this is the most appropriate one and this is the positive one कि ਇਸ ਨੂੰ ਬਿਲਕੁਲ polite ਲਿਖਵਾਂਗੇ ਕਿ ਖਾਣਾ ਬਹੁਤ ਅੱਛਾ ਸੀ ਬਟ ਮੈਂ ਪਹਿਲਾਂ ਹੀ ਬਹੁਤ ਖਾ ਚੁੱਕਿਆ ਵਾਂ। D ਹੈਗਾ ਆ make a bad face at him, no these three are not good, ਸੋ ਅਸੀਂ ਕੀ ਕਿਹੜੀ ਕਰਾਂਗੇ C ਵਾਲੀ, ਠੀਕ ਹੈ। ਨੈਕਸਟ ਹੈਗਾ ਆ ਯੂ ਆਰ ਪਲੇਇੰਗ ਫੁੱਟਬਾਲ ਇਨ ਏ ਪਾਰਕ, ਅਸੀਂ ਇੱਕ ਪਾਰਕ ਵਿੱਚ ਫੁੱਟਬਾਲ ਖੇਡਦੇ ਪਏ ਹੋ ਤੁਸੀਂ। ਵੈਨ ਯੂ ਕਿੱਕ ਏ ਬਾਲ, ਜਦੋਂ ਤੁਸੀਂ ਇੱਕ ਬਾਲ ਨੂੰ ਕਿੱਕ ਮਾਰਦੇ ਹੋ, ਇਟ ਸਟਰਾਈਕਸ ਐਂਡ ਬ੍ਰੇਕਸ ਦਾ ਵਿੰਡੋ ਪੇਨ ਆਫ ਏ ਨਿਅਰ ਬਾਈ ਹਾਊਸ, ਕਿਸੇ ਘਰ ਦੀ ਜਿਹੜੀ ਖਿੜਕੀ ਦਾ ਸ਼ੀਸ਼ਾ ਆ ਉਹ ਟੁੱਟ ਜਾਂਦਾ। ਹੁਣ ਤੁਸੀਂ ਕੀ ਕਰੋਗੇ ਇਹਦੇ ਵਿੱਚ? ਉਹਨਾਂ ਨੇ ਕਿਹਾ ਕਿ ਕੀ ਕਰੋਗੇ ਤੁਸੀਂ ਜਾ ਕੇ ਡਿਮਾਂਡ ਯੂਰ ਬਾਲ ਬੈਕ ਫਰੋਮ ਦਾ ਹਾਊਸ ਓਨਰ, ਕੀ ਤੁਸੀਂ ਉਹਦੇ ਕੋਲ ਆਪਣੀ ਬਾਲ ਦੀ ਡਿਮਾਂਡ ਕਰੋਗੇ। ਸੇ ਦੈਟ ਇਟ ਵਾਜ਼ ਨੋ ਫਾਲਟ ਆਫ ਯੂਅਰਸ, ਕੀ ਤੁਸੀਂ ਇਹ ਕਹੋਗੇ ਕਿ ਤੁਹਾਡੀ ਗਲਤੀ ਨਹੀਂ ਆ। ਜਾਂ ਸਟੀਲਤਲੀ ਗੈਟ ਯੂਰ ਬਾਲ ਬੈਕ, ਜਾਂ ਤੁਸੀਂ ਆਪਣੀ ਫਿਰ ਬਾਲ ਜਿਹੜੀ ਆ ਉਹ ਕਿਸੇ ਗਲਤ ਢੰਗ ਨਾਲ ਵਾਪਸ ਲੈਣੀ ਚਾਹੋਗੇ। ਜਾਂ ਅਪੋਲੋਜਾਈਜ਼ ਟੂ ਦਾ ਹਾਊਸ ਓਨਰ ਐਂਡ ਕੰਟਰੀਬਿਊਟ ਟੂ ਰੀਪਲੇਸ ਦਾ ਗਲਾਸ। ਹੁਣ ਇਹ ਜਿਹੜੀ ਆ ਸਭ ਤੋਂ ਵਧੀਆ ਗੱਲ ਆ ਕਿ ਤੁਸੀਂ ਆਪਣੀ ਮਾਫੀ ਮੰਗ ਸਕਦੇ ਹੋ, ਜਾ ਕੇ ਅਪੋਲੋਜਾਈਜ਼ ਕਰ ਸਕਦੇ ਹੋ ਹਾਊਸ ਓਨਰ ਤੋਂ, ਔਰ ਯੂ ਕੈਨ ਸੇ ਕਿ ਮੈਂ ਤੁਹਾਡਾ ਗਲਾਸ ਜਿਹੜਾ ਵਾ ਉਹ ਜਿਹੜਾ ਆ ਰੀਪਲੇਸ ਕਰਵਾ ਦਾਂਗਾ, ਉਹਦੇ ਲਈ ਤੁਹਾਨੂੰ ਕੰਟਰੀਬਿਊਸ਼ਨ ਦੇ ਦਾਂਗਾ ਐਂਡ ਦਿਸ ਇਜ਼ ਦਾ ਮੋਸਟ ਪੋਜ਼ੀਟਿਵ ਵਨ, ਠੀਕ ਹੈ। ਨੈਕਸਟ ਹੈਗਾ ਹੁਣ ਇਹ ਕੁਐਸਚਨ ਬੜਾ ਇੰਟਰਸਟਿੰਗ ਹੈ, ਇਹਨੂੰ ਤੁਸੀਂ ਦੇਖਣਾ ਹੈ ਬੜੇ ਧਿਆਨ ਨਾਲ, ਇਹਦੀ ਜਿਹੜੀ ਸਟੇਟਮੈਂਟ ਹੈ ਉਹਨੂੰ ਬੜੇ ਧਿਆਨ ਨਾਲ ਸਮਝਣਾ ਆ, ਬਹੁਤ ਇੰਟਰਸਟਿੰਗ ਕੁਐਸਚਨ ਹੈ। ਇਹਦੇ ਵਿੱਚ ਹੈਗਾ ਆ ਕਿ there are five men A B C D and E, ठीक है। 5 men ने मेल members ने A B C D and E are male members, then 6 women P Q R S T and U, ये सारे members ने, ठीक है। अगों इन्हें दी conditions ਜਿਹੜੀਆਂ ਨੇ ਉਹ ਕੀ ਦਿੱਤੀਆਂ ਨੇ कि A B and R are advocates, 3 ਬੰਦੇ ਜਿਹੜੇ ਨੇ ਉਹ advocates ਨੇ। C D P Q and S are doctors, ਇਹ 5 ਜਿਹੜੇ ਨੇ ਡਾਕਟਰਸ ਨੇ। ਦ ਰੈਸਟ ਆਰ ਟੀਚਰਸ, 5 3 8 ਤੇ ਬਾਕੀ 3 ਬਚ ਗਏ ਉਹ ਕੀ ਨੇ ਟੀਚਰਸ। ਹੁਣ ਉਹਨਾਂ ਨੇ ਕਿਹਾ ਹੈ ਕਿ ਸਮ ਟੀਮਸ ਆਰ ਟੂ ਬੀ ਸਿਲੈਕਟਡ ਫਰੋਮ ਅਮੰਗਸ ਥੀਸ 11 ਪਰਸਨਸ, ਇਹਨਾਂ 11 ਬੰਦਿਆਂ ਦੇ ਵਿੱਚੋਂ ਟੀਮ ਬਣਾਉਣੀਆਂ ਨੇ ਪਰਸਨਸ ਸਬਜੈਕਟ ਟੂ ਦਾ ਫੋਲੋਇੰਗ ਕੰਡੀਸ਼ਨਸ, ਇਹ ਕੰਡੀਸ਼ਨਸ ਦੇਖ ਕੇ। ਕੰਡੀਸ਼ਨਸ ਕੀ ਨੇ? A P and U are have to be together, ਕਿਸੇ ਵੀ ਟੀਮ ਦੇ ਵਿੱਚ A P ਤੇ U ਇਕੱਠੇ ਹੋਣੇ ਚਾਹੀਦੇ ਆ, ਠੀਕ ਹੈ। ਹੁਣ B ਜਿਹੜਾ ਵਾ D ਤੇ R ਨਾਲ ਨਹੀਂ ਜਾਏਗਾ, ਜਿਸ ਟੀਮ 'ਚ B ਹੈ ਉਹ 'ਚ D ਤੇ R ਨਹੀਂ ਹੋਣਗੇ। ਦੈਨ E and Q have to be together, ਜਿੱਥੇ E ਹੈ ਉੱਥੇ Q ਵੀ ਹੋਣਾ ਜ਼ਰੂਰੀ ਆ। ਨੈਕਸਟ C and T have to be together, D and P cannot go together, C cannot go with Q, ਇਹ ਕੁਝ ਕੰਡੀਸ਼ਨਸ ਨੇ, ਠੀਕ ਹੈ। ਹੋਰ ਇੱਕ ਕੰਡੀਸ਼ਨ ਹੈਗੀ ਆ, ਉਹ ਕੀ ਆ? ਉਹ ਹੈਗੀ ਆ ਇਫ ਦਾ ਟੀਮ ਕੰਸਿਸਟ ਆਫ 2 ਮੇਲ ਐਡਵੋਕੇਟਸ, ਦਾ ਮੇਨ ਥਿੰਗ ਇਜ਼ ਹੇਅਰ 2 ਮੇਲ ਐਡਵੋਕੇਟਸ ਹੋਣੇ ਚਾਹੀਦੇ, ਉਹਦੇ ਵਿੱਚ 2 ਲੇਡੀ ਡਾਕਟਰਸ ਹੋਣੇ ਚਾਹੀਦੇ ਆ ਐਂਡ 1 ਟੀਚਰ। ਟੀਚਰ ਦਾ ਕੋਈ ਸੈਕਸ ਨਹੀਂ ਆ, ਨੋ ਮੇਲ, ਈਦਰ ਇਟ ਕੈਨ ਬੀ ਮੇਲ ਔਰ ਫੀਮੇਲ। ਦ ਮੈਂਬਰਸ ਆਫ ਟੀਮ, ਸਾਨੂੰ 4 ਆਪਸ਼ਨਸ ਦਿੱਤੀਆਂ ਨੇ, ਇਹਦੇ ਵਿੱਚ ਅਸੀਂ ਦੇਖਣਾ ਕਿ ਕਿਹੜੀ ਟੀਮ ਜਿਹੜੀ ਆ ਉਹ ਸਾਡੀ ਬਣਦੀ ਆ। ਸੋ ਅਸੀਂ ਕੀ ਕਰ ਸਕਦੇ ਹਾਂ ਕਿ ਇਹਨੂੰ ਪਹਿਲਾਂ ਫਸਟ ਵਾਲਾ ਹੀ ਚੈੱਕ ਕਰ ਸਕਦੇ ਹਾਂ, ਠੀਕ ਹੈ। ਸਾਨੂੰ ਹੁਣ ਉੱਪਰਲੇ ਅਕੋਰਡਿੰਗ ਇਹਦੇ ਲਈ ਅਸੀਂ ਇੱਕ ਟੇਬਲ ਤੁਸੀਂ ਆਪਣੀ ਕਾਪੀ 'ਤੇ ਬਣਾ ਕੇ ਪਹਿਲਾਂ ਉੱਪਰਲੀ ਕੰਡੀਸ਼ਨ ਦੇ ਅਕੋਰਡਿੰਗਲੀ ਕਿਸ ਤਰ੍ਹਾਂ ਅਸੀਂ ਟੇਬਲ ਬਣਾ ਸਕਦੇ ਹਾਂ। ਇੱਥੇ ਜਿਵੇਂ ਲਿਖ ਦਿੱਤਾ ਅਸੀਂ ਪਹਿਲਾਂ ਕਿ ਇਹ ਮੈਂਬਰਸ ਨੇ, ਠੀਕ ਹੈ। ਮੈਂਬਰਸ ਦੇ ਵਿੱਚ ਅਸੀਂ ਸਾਰੇ ਮੈਂਬਰਸ ਦੇ ਨਾਮ ਜਿਵੇਂ A Q, ਉਸ ਤੋਂ ਬਾਅਦ B, ਠੀਕ ਹੈ, ਸਾਰੇ ਮੈਂਬਰਸ ਅਸੀਂ ਇੱਥੇ ਲਿਖ ਲਵਾਂਗੇ। ਦੈਨ ਇੱਥੇ ਅਸੀਂ ਲਿਖ ਸਕਦੇ ਹਾਂ ਕਿ ਸੈਕਸ ਦੇ ਵਿੱਚ ਕੀ A ਕੀ ਹੈਗਾ ਆ ਮੇਲ ਆ, Q ਕੀ ਹੈਗਾ ਆ ਫੀਮੇਲ ਆ, B ਕੀ ਹੈਗਾ ਆ ਮੇਲ ਆ। ਉਸ ਤੋਂ ਬਾਅਦ ਅਸੀਂ ਇੱਥੇ ਪ੍ਰੋਫੈਸ਼ਨ ਲਿਖ ਸਕਦੇ ਹਾਂ ਕਿ A ਕੀ ਹੈਗਾ ਸੀਗਾ ਇੱਥੇ ਐਡਵੋਕੇਟ, ਜੋ ਸਾਨੂੰ ਕੰਡੀਸ਼ਨਸ ਉੱਪਰ ਦਿੱਤੀਆਂ ਹੋਈਆਂ ਨੇ, ਠੀਕ ਹੈ। Q ਕੀ ਹੈਗਾ ਆ ਡਾਕਟਰ। ਸੋ ਇਹਦੇ ਅਕੋਰਡਿੰਗਲੀ ਅਸੀਂ ਸਾਰਾ ਕੰਪਲੀਟ ਕਰ ਸਕਦੇ ਹਾਂ। ਫਿਰ ਇਸ ਟੇਬਲ ਨੂੰ ਦੇਖਦੇ ਹੋਏ ਅਸੀਂ ਆਹ ਜਿਹੜੇ ਨੇ ਸਾਡੇ ਕੋਲ 4 ਆਪਸ਼ਨਸ ਨੇ, ਅਸੀਂ ਪਹਿਲੀ ਆਪਸ਼ਨ ਚੈੱਕ ਕਰਦੇ ਹਾਂ, ਠੀਕ ਹੈ। ਪਹਿਲੀ ਆਪਸ਼ਨਸ ਦੇ ਵਿੱਚ ਹੁਣ ਸਾਡੇ ਕੋਲ ਆ ਗਿਆ A। ਪਹਿਲਾਂ ਅਸੀਂ ਦੇਖਦੇ ਹਾਂ ਉਹਨਾਂ ਨੇ ਕਿਹਾ ਸੀ A P ਤੇ U ਇਕੱਠੇ ਹੋਣਗੇ, ਸਾਡੇ ਕੋਲ ਚਲੋ ਉਹ ਹੈਗਾ ਆ। ਹੁਣ ਅਸੀਂ A ਦੇਖਦੇ ਹਾਂ, A ਕੀ ਹੈਗਾ ਆ ਮੇਲ ਆ ਔਰ ਇਹ ਐਡਵੋਕੇਟ ਆ, ਠੀਕ ਹੈ। ਦੂਸਰਾ ਹੈਗਾ ਆ P ਕੀ ਹੈਗੀ ਆ ਫੀਮੇਲ ਆ ਔਰ ਇਹ ਡਾਕਟਰ, ਠੀਕ ਹੈ। ਉਸ ਤੋਂ ਬਾਅਦ ਹੈਗਾ ਸਾਡੇ ਕੋਲ R ਕੀ ਹੈਗਾ ਆ ਇਹ ਵੀ ਫੀਮੇਲ ਆ, ਇਹ ਵੀ ਹੈਗੀ ਆ ਐਡਵੋਕੇਟ, ਠੀਕ ਹੈ। ਬਟ ਉੱਤੇ ਸਾਨੂੰ ਕੰਡੀਸ਼ਨ ਉਹਨਾਂ ਨੇ ਕੀ ਦਿੱਤੀ ਆ ਕਿ ਐਡਵੋਕੇਟਸ ਜਿਹੜੇ ਨੇ ਉਹ ਮੇਲ ਹੋਣੇ ਚਾਹੀਦੇ ਨੇ,
ਮੇਲ ਐਡਵੋਕੇਟਸ ਹੋਣੇ ਚਾਹੀਦੇ ਤੇ ਸਾਡੇ ਕੋਲ ਐਡਵੋਕੇਟ ਜਿਹੜੀ ਆ ਉਹ ਫੀਮੇਲ ਆ ਗਈ ਇੱਥੇ। ਸੋ ਫਸਟ ਆਪਸ਼ਨ ਸਾਡੀ ਰੋਂਗ ਹੋ ਗਈ ਆ। ਠੀਕ ਹੈ, ਨੈਕਸਟ ਅੱਗੇ ਜਦੋਂ ਅਸੀਂ ਸੈਕਿੰਡ ਵੇਖਦੇ ਹਾਂ ਉਹਦੇ 'ਚ ਵੀ ਸੇਮ ਇਸੇ ਤਰ੍ਹਾਂ ਹੀ। ਫਿਰ ਉਸ ਤੋਂ ਬਾਅਦ ਏ ਜਿਹੜਾ ਆ ਉਹ ਮੇਲ ਹੈਗਾ ਆ ਅਤੇ ਇਹ ਵੀ ਸਾਡਾ ਐਡਵੋਕੇਟ ਆ। ਨੈਕਸਟ ਅਸੀਂ ਬੀ ਦੇਖਾਂਗੇ, ਉਹ ਵੀ ਮੇਲ ਹੈਗਾ ਆ, ਉਹ ਵੀ ਜਿਹੜਾ ਆ ਉਹ ਐਡਵੋਕੇਟ ਹੋ ਗਿਆ। ਠੀਕ ਹੈ, ਇਹ 2 ਹੋ ਗਈ। ਉਸ ਤੋਂ ਬਾਅਦ ਪੀ ਜਿਹੜੀ ਆ ਉਹ ਫੀਮੇਲ ਆ ਅਤੇ ਫੀਮੇਲ ਜਿਹੜੀ ਆ ਉਹ ਡਾਕਟਰ ਹੈਗੀ ਆ। ਠੀਕ ਹੈ, ਉਸ ਤੋਂ ਬਾਅਦ ਕਿਊ ਜਿਹੜੀ ਆ ਉਹ ਹੈਗੀ ਆ ਫੀਮੇਲ ਆ ਅਤੇ ਡਾਕਟਰ ਆ, ਪਰ ਉੱਤੇ ਸਾਨੂੰ ਕੰਡੀਸ਼ਨਸ ਜਿਹੜੀਆਂ ਇਸ ਕੰਡੀਸ਼ਨਸ ਤੋਂ ਉੱਪਰ ਦਿੱਤੀਆਂ ਸਨ ਉਹਦੇ ਵਿੱਚ ਸਾਡੇ ਕੋਲ ਹੈਗਾ ਕਿ ਕਿਊ ਜਿਹੜਾ ਆ ਈ ਦੇ ਨਾਲ ਕਿਊ ਹੋਣਾ ਜ਼ਰੂਰੀ ਆ। ਹੁਣ ਕਿਊ ਤਾਂ ਇੱਥੇ ਆ ਗਿਆ, ਸਾਡੇ ਕੋਲ ਤਾਂ ਸਿਰਫ ਇੱਕ ਟੀਚਰ ਦੀ ਆਪਸ਼ਨ ਰਹਿ ਗਈ ਨਾ ਕਰਨ ਵਾਲੀ। ਚਲੋ ਅਸੀਂ ਉਹ ਵੀ ਦੇਖ ਲੈਂਦੇ ਹਾਂ। ਯੂ ਹੈਗਾ ਇੱਕ ਟੀਚਰ, ਇਹਦੇ ਵਿੱਚ ਯੂ ਟੀਚਰ ਆ। ਠੀਕ ਹੈ, ਯੂ ਜਿਹੜਾ ਆ ਉਹ ਫੀਮੇਲ ਆ ਅਤੇ ਉਹ ਟੀਚਰ ਹੈਗੀ ਆ। ਹੁਣ ਇਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਈ ਦੇ ਨਾਲ ਕਿਊ ਹੋਣਾ ਜ਼ਰੂਰੀ ਆ। ਹੁਣ ਇਹਦੇ ਵਿੱਚ ਕਿਊ ਆ ਬਟ ਇੱਥੇ ਈ ਨਹੀਂ ਆ, ਇਸ ਕਰਕੇ ਸਾਡੀ ਸੈਕਿੰਡ ਆਪਸ਼ਨ ਵੀ ਰੋਂਗ ਹੋ ਗਈ। ਇਸੇ ਤਰ੍ਹਾਂ ਅਸੀਂ ਥਰਡ ਵੀ ਜਦੋਂ ਕਰਕੇ ਵੇਖਾਂਗੇ, ਥਰਡ ਆਪਸ਼ਨ ਵੀ ਸਾਡੀ ਠੀਕ ਨਹੀਂ ਆਏਗੀ। ਫੋਰਥ ਆਪਸ਼ਨ ਜਦੋਂ ਅਸੀਂ ਕਰਦੇ ਹਾਂ ਉਹ 'ਚ ਦੇਖੋ ਕਿ ਏ ਜਿਹੜਾ ਹੈਗਾ ਆ ਉਹ ਹੈਗਾ ਆ ਮੇਲ ਅਤੇ ਉਹ ਹੈਗਾ ਆ ਐਡਵੋਕੇਟ। ਉਸ ਤੋਂ ਬਾਅਦ ਨਾਲੇ ਸਾਡੀ ਏ ਪੀ ਅਤੇ ਯੂ ਵੀ ਇਕੱਠੇ ਆ ਗਏ ਆ। ਉਸ ਤੋਂ ਬਾਅਦ ਬੀ ਜਿਹੜਾ ਆ ਉਹ ਵੀ ਸਾਡੇ ਕੋਲ ਮੇਲ ਆ, ਉਹ ਵੀ ਸਾਡਾ ਐਡਵੋਕੇਟ ਆ। ਨੈਕਸਟ ਹੈਗੀ ਹੈ ਸਾਡੇ ਕੋਲ ਪੀ ਜਿਹੜੀ ਆ ਉਹ ਹੈਗੀ ਆ ਫੀਮੇਲ ਔਰ ਉਹ ਹੈਗੀ ਆ ਡਾਕਟਰ। ਨੈਕਸਟ ਹੈਗਾ ਆ ਯੂ ਇਜ਼ ਆਲਸੋ ਫੀਮੇਲ ਐਂਡ ਇਹ ਹੈਗੀ ਆ ਟੀਚਰ। ਉਸ ਤੋਂ ਬਾਅਦ ਐਸ ਹੈਗਾ ਆ, ਐਸ ਵੀ ਫੀਮੇਲ ਆ, ਉਹ ਵੀ ਸਾਡੇ ਕੋਲ ਡਾਕਟਰ। ਸਾਡੀਆਂ ਕੰਡੀਸ਼ਨਸ ਪੂਰੀਆਂ ਹੋ ਜਾਂਦੀਆਂ ਨੇ। 2 ਮੇਲ ਡਾਕਟਰਸ ਆ ਗਏ, ਠੀਕ ਹੈ, 2 ਮੇਲ ਐਡਵੋਕੇਟਸ ਆ ਗਏ ਔਰ ਉਸ ਤੋਂ ਬਾਅਦ ਇੱਕ ਫੀਮੇਲ ਇੱਥੇ ਡਾਕਟਰ ਆ ਗਈ, ਇੱਕ ਫੀਮੇਲ ਇੱਥੇ ਡਾਕਟਰ ਆ ਗਈ ਅਤੇ ਇੱਕ ਸਾਡੇ ਕੋਲ ਟੀਚਰ ਆ ਗਈ। ਸੋ ਸਾਡੀ ਆਪਸ਼ਨ ਜਿਹੜੀ ਬੈਸਟ ਆਪਸ਼ਨ ਇਜ਼ ਫੋਰਥ ਆਪਸ਼ਨ। ਸੋ ਇਹ ਵਾਲੇ ਜਿਹੜੇ ਕੁਐਸਚਨ ਸੀਗੇ ਇਹ ਨੇ ਸਾਡੇ ਸਿਚੁਏਸ਼ਨ ਰਿਐਕਸ਼ਨ ਟੈਸਟ ਦੇ ਨਾਲ ਬੇਸਡ, ਕਿ ਸਾਨੂੰ ਸਿਚੁਏਸ਼ਨ ਦਿੱਤੀ ਹੋਏਗੀ, ਆਪਾਂ ਸਿਚੁਏਸ਼ਨ ਦੇਖ ਕੇ ਅਤੇ ਉਹਦੇ 'ਤੇ ਸਾਡਾ ਕੀ ਰਿਐਕਸ਼ਨ ਹੋਏਗਾ ਅਸੀਂ ਉਹ ਆਪਸ਼ਨਸ ਦੇ ਵਿੱਚੋਂ ਚੂਜ਼ ਕਰਾਂਗੇ ਐਂਡ ਬੈਸਟ ਐਂਡ ਪੋਜ਼ੀਟਿਵ ਰਿਐਕਸ਼ਨ ਜਿਹੜਾ ਉਹ ਅਸੀਂ ਦੇਣਾ ਹੈ। ਸੋ ਕੀਪ ਗੋਇੰਗ and do your practice. All the best.